ਭਾਰਤ ਤੇ ਨਿਊਜ਼ੀਲੈਂਡ 'ਚ ਇੱਕ ਵੱਡਾ ਵਪਾਰ ਸਮਝੌਤਾ ਹੋਇਆ ਜਿਸ ਨੂੰ ਵਾਂਸ ਇਨ ਅ ਜਨਰੇਸ਼ਨ ਵਪਾਰ ਸਮਝੌਤਾ ਕਿਹਾ ਜਾ ਰਿਹਾ ਹੈ। ਦਰਅਸਲ ਇਹ ਸੰਧੀ ਸੋਮਵਾਰ ਨੂੰ ਹੋਈ ਹੈ ਜਿਸ ਵਿੱਚ ਇੱਕ ਮਹੱਤਵਪੂਰਨ ਫ੍ਰੀ ਟ੍ਰੇਡ ਐਗਰੀਮੈਂਟ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਦਿੱਲੀ 'ਚ ਸਾਈਨ ਕੀਤਾ ਗਿਆ। ਇਸ ਸਮਝੌਤੇ 'ਚ ਭਾਰਤ ਦੇ ਕਮਰਸ ਐਂਡ ਇੰਡਸਟਰੀ ਮਿਨਿਸਟਰ ਪੀਯੂਸ਼ ਗੋਇਲ ਤੇ ਨਿਊਜ਼ੀਲੈਂਡ ਟ੍ਰੇਡ ਐਂਡ ਇਨਵੈਸਟਮੈਂਟ ਮਿਨਿਸਟਰ ਟੋਡ ਮਕਲੇ ਇਸ ਮੌਕੇ ਮੌਜੂਦ ਰਹੇ ਸਨ ਜਿਨ੍ਹਾਂ ਦੁਆਰਾ ਇਸ ਸੰਧੀ ਉੱਤੇ ਦਸਤਖਤ ਕੀਤੇ ਗਏ ਨੇ। ਤੇ ਇਹ ਸੰਧੀ ਨਿਊਜ਼ੀਲੈਂਡ ਦੀ ਸੰਸਦ ਅਤੇ ਭਾਰਤ ਦੀ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਹੀ ਲਾਗੂ ਕਰ ਦਿੱਤੀ ਜਾਏਗੀ। ਇਸ ਸਮਝੌਤੇ ਨਾਲ ਨਿਊਜ਼ੀਲੈਂਡ ਭਾਰਤ ਦੇ ਸਾਰੇ ਐਕਸਪੋਰਟਸ ਉੱਤੇ 100% ਡਿਊਟੀ ਖਤਮ ਕਰੇਗਾ ਜਿਸ ਨਾਲ ਭਾਰਤੀ ਐਕਸਪੋਰਟਰਸ ਨੂੰ ਜ਼ੀਰੋ ਡਿਊਟੀ ਪਹੁੰਚ ਮਿਲੇਗੀ ਜਦਕਿ ਭਾਰਤ ਵੀ ਲਗਭਗ 70% ਟੈਰਿਫ ਲਾਈਨਾਂ ਨੂੰ ਪੜਾਵਾਂ 'ਚ ਘਟਾਏਗਾ। ਕੁਝ ਤੁਰੰਤ ਤੇ ਕੁਝ 3, 5, 7 ਜਾਂ 10 ਸਾਲਾਂ 'ਚ ਘੱਟ ਕਰੇਗਾ। ਇਸ ਸਭ ਦੇ ਨਾਲ ਹੀ ਡੇਅਰੀ, ਖੇਤੀਬਾੜੀ ਉਤਪਾਦ, ਖੰਡ, ਤੇਲ, ਹਥਿਆਰ ਤੇ ਹੋਰ ਸੰਵੇਦਨਸ਼ੀਲ ਖੇਤਰਾਂ ਨੂੰ ਬਾਹਰ ਰੱਖ ਕੇ ਘਰੇਲੂ ਕਿਸਾਨਾਂ ਤੇ ਉਦਯੋਗ ਦੀ ਸੁਰੱਖਿਆ ਕੀਤੀ ਗਈ ਹੈ। ਇਸ ਸਮਝੌਤੇ ਦਾ ਟਾਰਗੇਟ ਹੈ ਕਿ ਮੌਜੂਦਾ ਲਗਭਗ $2.4 ਬਿਲੀਅਨ ਦੇ ਦੁਵੱਲੇ ਵਪਾਰ ਨੂੰ 5 ਸਾਲਾਂ 'ਚ $5 ਬਿਲੀਅਨ ਤੱਕ ਦੁੱਗਣਾ ਕੀਤਾ ਜਾਏ ਜਿੱਥੇ 2024-25 ਵਿੱਚ ਲਗਭਗ $1.3 ਬਿਲੀਅਨ ਦਾ ਮਾਲ ਵਪਾਰ ਵਜੋਂ ਗਿਆ ਸੀ ਜਿਸ ਵਿੱਚ $711 ਮਿਲੀਅਨ ਨਿਰਯਾਤ ਤੇ $587 ਮਿਲੀਅਨ ਆਯਾਤ ਸ਼ਾਮਲ ਸਨ ਜਦਕਿ ਸੇਵਾਵਾਂ 'ਚ $1.24 ਬਿਲੀਅਨ ਦਾ ਵਪਾਰ ਵੀ ਹੋਇਆ। ਭਾਰਤ ਇਸ ਵੇਲੇ ਪੈਟਰੋਲੀਅਮ ਉਤਪਾਦ, ਫਾਰਮਾਸਿਊਟੀਕਲ, ਕੱਪੜੇ, ਮਸ਼ੀਨਰੀ ਤੇ ਇੰਜੀਨੀਅਰਿੰਗ ਸਮਾਨ ਨਿਰਯਾਤ ਕਰਦਾ ਹੈ ਤੇ ਕੋਲਾ, ਸਕ੍ਰੈਪ ਧਾਤ, ਲੱਕੜ, ਡੇਅਰੀ ਆਦਿ ਆਯਾਤ ਕਰਦਾ ਹੈ। ਇਸ ਸਮਝੌਤੇ 'ਚ ਇੱਕ ਵਿਸਤ੍ਰਿਤ ਸੇਵਾਵਾਂ ਦਾ ਢਾਂਚਾ ਵੀ ਹੈ ਜਿਸ ਅਧੀਨ ਨਿਊਜ਼ੀਲੈਂਡ 118 ਖੇਤਰਾਂ ਜਿਵੇਂ IT, ਸਿੱਖਿਆ, ਫਾਈਨੈਂਸ, ਟੂਰਿਜ਼ਮ ਤੇ ਪੇਸ਼ੇਵਰ ਸੇਵਾਵਾਂ 'ਚ ਮਾਰਕੀਟ ਪਹੁੰਚ ਦੇਗਾ ਤੇ 139 ਉਪ ਖੇਤਰਾਂ 'ਚ MFN ਕਲੋਜ਼ ਲਾਗੂ ਹੋਏਗਾ ਜਿਸ ਦਾ ਮਤਲਬ ਹੈ ਕਿ ਭਾਰਤ ਨੂੰ ਭਵਿੱਖ 'ਚ ਹੋਰ ਦੇਸ਼ਾਂ ਵਰਗੇ ਹੀ ਲਾਭ ਮਿਲਣਗੇ। ਇਸ ਸਭ 'ਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਖਾਣ ਪੀਣ ਦੇ ਖੇਤਰ 'ਚ ਪੂਰੀ ਛੂਟ ਨਹੀਂ ਮਿਲੀ ਸਗੋਂ ਇਸ ਵਿੱਚ ਟੈਰਿਫ ਰੇਟ ਕੋਟਾ ਲਾਗੂ ਕੀਤਾ ਗਿਆ ਜਿਸ ਤਹਿਤ ਸੇਬ, ਕੀਵੀ ਫਰੂਟ, ਮਨੁੱਕਾ ਸ਼ਹਿਦ ਤੇ ਦੁੱਧ ਵਰਗੇ ਉਤਪਾਦ ਨਿਰਧਾਰਤ ਮਾਤਰਾ ਤੱਕ ਘੱਟ ਡਿਊਟੀ ਉੱਤੇ ਤੇ ਉਸ ਤੋਂ ਉੱਪਰ ਵੱਧ ਟੈਕਸ ਨਾਲ ਆ ਸਕਦਾ ਹੈ ਤੇ ਇਹਨਾਂ ਉੱਤੇ MIP, ਮੌਸਮੀ ਨਿਯਮ ਤੇ ਪੜਾਅਵਾਰ ਕਟੌਤੀਆਂ ਵੀ ਲਾਗੂ ਹੋਣਗੀਆਂ। ਇਸ ਦੇ ਨਾਲ ਹੀ ਵਾਈਨ ਤੇ ਸਪਿਰਿਟਸ ਦੇ ਮਾਮਲੇ 'ਚ ਭਾਰਤ ਨੂੰ ਨਿਊਜ਼ੀਲੈਂਡ 'ਚ ਡਿਊਟੀ ਫ੍ਰੀ ਐਕਸਪੋਰਟ ਦੀ ਆਗਿਆ ਮਿਲੇਗੀ ਜਦਕਿ ਨਿਊਜ਼ੀਲੈਂਡ ਦੀ ਵਾਈਨ ਉੱਤੇ ਭਾਰਤ 'ਚ ਟੈਕਸ 10 ਸਾਲਾਂ ਵਿੱਚ ਹੌਲੀ-ਹੌਲੀ ਘਟਾਇਆ ਜਾਏਗਾ। ਲੋਕਾਂ ਦੀ ਆਵਾਜਾਈ ਲਈ ਵੀ ਵੱਡੇ ਪ੍ਰਬੰਧ ਕੀਤੇ ਗਏ ਨੇ ਜਿਸ ਵਿੱਚ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਜੋ ਲੋਕ ਵਿਦੇਸ਼ ਜਾਣ ਦੇ ਇੱਛੁਕ ਨੇ ਉਹ ਹੁਣ ਨਿਊਜ਼ੀਲੈਂਡ 'ਚ ਆਸਾਨੀ ਨਾਲ ਜਾ ਸਕਦੇ ਨੇ ਜਿਸ ਵਿੱਚ ਇੱਕ ਸਮੇਂ ਉੱਤੇ 5000 ਭਾਰਤੀ ਪ੍ਰੋਫੈਸ਼ਨਲ 3 ਸਾਲ ਲਈ ਨਿਊਜ਼ੀਲੈਂਡ 'ਚ ਕੰਮ ਕਰ ਸਕਣਗੇ। ਵਿਦਿਆਰਥੀਆਂ ਲਈ ਕੋਈ ਲਿਮਟ ਨਹੀਂ ਹੈ ਤੇ ਪੜ੍ਹਾਈ ਦੌਰਾਨ ਪਾਰਟ ਟਾਈਮ ਕੰਮ ਦੀ ਆਗਿਆ ਵਿਦਿਆਰਥੀਆਂ ਨੂੰ ਹੋਏਗੀ ਤੇ ਹਰ ਸਾਲ 1000 ਨੌਜਵਾਨਾਂ ਲਈ 12 ਮਹੀਨੇ ਦਾ ਵਰਕਿੰਗ ਹੌਲੀਡੇ ਵੀਜ਼ਾ ਵੀ ਉਹਨਾਂ ਨੂੰ ਮਿਲੇਗਾ ਤੇ ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ 15 ਸਾਲਾਂ 'ਚ $20 ਮਿਲੀਅਨ ਨਿਵੇਸ਼ ਦੀ ਵਚਨਬੱਧਤਾ ਦਿੱਤੀ ਹੈ ਜੋ ਖੇਤੀਬਾੜੀ, ਟੈਕਨੋਲੋਜੀ, ਨਿਰਮਾਣ, ਲੌਜਿਸਟਿਕਸ ਤੇ ਸੇਵਾਵਾਂ 'ਚ ਮਦਦ ਕਰੇਗੀ ਤੇ ਇਸ ਸਭ 'ਚ ਰੀਬੈਲੈਂਸ ਕਲੋਜ਼ ਵੀ ਸ਼ਾਮਲ ਹੈ ਜੋ ਨਿਵੇਸ਼ ਵਿੱਚ ਕਿਸੇ ਕਾਰ ਦੀ ਸਮੀਖਿਆ ਲਈ ਪ੍ਰਣਾਲੀ ਦਿੰਦਾ ਹੈ ਤੇ ਇਸ ਵਪਾਰ ਸਮਝੌਤੇ ਨੂੰ ਆਸਾਨ ਬਣਾਉਣ ਲਈ 48 ਘੰਟਿਆਂ 'ਚ ਕਸਟਮ ਕਲੀਅਰੈਂਸ, ਡਿਜੀਟਲ ਕਾਗਜ਼ੀ ਕਾਰਵਾਈ, ਫਾਰਮਾ ਲਈ US, EU ਤੇ UK, ਕੈਨੇਡਾ ਵਰਗੇ ਰੈਗੂਲੇਟਰਾਂ ਦੀ ਮਨਜ਼ੂਰੀ ਦੀ ਮਾਨਤਾ ਤੇ ਭਾਰਤੀ GI ਉਤਪਾਦਾਂ ਲਈ ਸੁਰੱਖਿਆ ਵਰਗੇ ਪ੍ਰਬੰਧ ਵੀ ਲਿਆਉਂਦੇ ਨੇ ਤੇ ਨਾਲ ਹੀ ਸਖਤ ਰੂਲਸ ਆਫ ਓਰੀਜਨ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਸਿਰਫ ਅਸਲੀ ਇੰਡੀਅਨ ਪ੍ਰੋਡਕਟਸ ਨੂੰ ਹੀ ਇਹ ਲਾਭ ਮਿਲੇ ਤੇ ਇਸ ਬਾਬਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਨਾਲ ਕਿਸਾਨਾਂ, ਨੌਜਵਾਨਾਂ, MSME, ਔਰਤਾਂ, ਸਟਾਰਟਅਪਸ ਤੇ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੋਏਗਾ ਜਦਕਿ ਮਾਰਾਂ ਅਨੁਸਾਰ ਟੈਕਸਟਾਈਲ, ਚਮੜਾ, ਜੁੱਤੇ, ਪਲਾਸਟਿਕ, ਮਸ਼ੀਨਰੀ ਤੇ ਆਟੋ ਕੰਪੋਨੈਂਟਸ ਵਰਗੇ ਖੇਤਰਾਂ ਨੂੰ ਵੱਡਾ ਲਾਭ ਮਿਲੇਗਾ ਕਿਉਂਕਿ ਪਹਿਲਾਂ 2.2% ਔਸਤ ਤੇ ਕੁਝ ਮਾਮਲੇ 'ਚ 10% ਤੱਕ ਟੈਰਿਫ ਹੁੰਦਾ ਸੀ ਜੋ ਹੁਣ ਲਗਭਗ ਖਤਮ ਹੋ ਜਾਏਗਾ ਤੇ ਨਾਲ ਹੀ IT, ਸਿਹਤ, ਸਿੱਖਿਆ ਤੇ ਆਯੂਸ਼ ਖੇਤਰਾਂ 'ਚ ਨੌਕਰੀਆਂ ਦੇ ਮੌਕੇ ਵਧਣਗੇ ਤੇ ਇਹ ਵੀ ਮਹੱਤਵਪੂਰਨ ਹੈ ਕਿ ਇਹ ਸਿਰਫ 9 ਮਹੀਨਿਆਂ 'ਚ ਪੂਰਾ ਹੋਏਗਾ। 22 ਦਸੰਬਰ 2025 ਨੂੰ ਸਹਿਮਤੀ ਹੋਈ ਹੈ ਤੇ ਇਹ ਭਾਰਤ ਦਾ ਇੱਕ ਵਿਕਸਤ ਦੇਸ਼ ਨਾਲ ਸਭ ਤੋਂ ਤੇਜ਼ FTA ਹੈ ਤੇ ਜਦਕਿ ਪਿਛਲੇ ਕੁਝ ਸਾਲਾਂ 'ਚ ਇਹ ਭਾਰਤ ਦਾ 9ਵਾਂ ਵਪਾਰ ਸਮਝੌਤਾ ਹੈ ਜੋ ਦਰਸਾਉਂਦਾ ਹੈ ਕਿ ਭਾਰਤ ਗਲੋਬਲ ਵਪਾਰ 'ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਇਹ ਸਮਝੌਤਾ ਸਿਰਫ ਟੈਰਿਫ ਘਟਾਉਣ ਲਈ ਨਹੀਂ ਸਗੋਂ ਲੰਬੇ ਸਮੇਂ ਦੀ ਆਰਥਿਕ ਭਾਗੀਦਾਰੀ, ਨਿਵੇਸ਼, ਰੁਜ਼ਗਾਰ ਤੇ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਾਲਾ ਇੱਕ ਵੱਡਾ ਕਦਮ ਹੈ।